ਉਪਰਾਲਾ ਸ਼ੁਰੂ ਕੀਤਾ ਗਿਆ, ਇਸ ਤਰ੍ਹਾਂ ਹੋਰ ਵੀ ਐਨਜੀਓਜ਼ ਨੂੰ ਅੱਗੇ ਆਉਣਾ ਚਾਹੀਦਾ ਤੇ ਇਸ ਸਿੱਟੇ ਤੇ ਕੰਮ ਹੋਣੇ ਚਾਹੀਦੇ। ਇਹਦੀ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿਆਂਗਾ ਜੀ। ਜਦੋਂ ਪੈਂਡੈਮਿਕ ਸਿਚੁਏਸ਼ਨ ਹੈ ਨਾ, ਉਦੋਂ ਕੋਈ ਬਲੇਮ ਗੇਮ ਨਹੀਂ ਹੋਣੀ ਚਾਹੀਦੀ, ਪਹਿਲਾਂ ਮੈਂ ਕਹਾਂਗਾ, ਕਿਉਂਕਿ ਬਾਕੀ ਕਲਪ੍ਰਿਟ ਲੋਕ ਹੁੰਦੇ ਨੇ, ਗੁਨਾਹਗਾਰ, ਦੋਸ਼ੀ, ਲਾਪਰਵਾਹ ਸਾਰੇ ਹੁੰਦੇ ਨੇ, ਇਹ 'ਚ ਕੋਈ ਸ਼ੱਕ ਨਹੀਂ ਹੈ, ਤਾਂ ਹੀ ਸਿਚੁਏਸ਼ਨ ਇੰਨੀ ਵਰਸਟ ਹੁੰਦੀ ਹੈ। ਪਰ ਇਹ ਟਾਈਮ ਇਹ ਨਹੀਂ ਹੁੰਦਾ ਇਹਨਾਂ ਚੀਜ਼ਾਂ ਨੂੰ ਕਰਨ ਦਾ। ਇਹ ਟਾਈਮ ਜਿੱਦਾਂ ਸਾਡੇ ਮਹੱਲੇ ਦੇ ਵਿੱਚ ਅਗਰ ਮੰਨ ਲਓ ਮੇਰੀ ਨਾਲੀ ਰੁਕਦੀ ਹੈ ਮੇਰੇ ਘਰ ਦੇ ਅੱਗੇ, ਤਾਂ ਮੈਂ ਕਾਉਂਸਲਰ ਦੀ ਜਾਨ ਨੂੰ ਰੋਈ ਜਾਵਾਂ, ਉਹਦਾ ਨਾਲ ਚੰਗਾ ਪਹਿਲਾਂ ਤਾਂ ਮੈਂ ਆਪਣੇ ਅੱਗੋਂ ਨਾਲੀ ਤਾਂ ਸਾਫ਼ ਕਰ ਲਵਾਂ, ਬਾਅਦ 'ਚ ਗੱਲ ਕਰ ਲਾਂਗੇ। ਸੋ ਇਹ ਸਿਚੁਏਸ਼ਨ ਜਿਹੜੀ ਇਹ ਹੈ ਕਿ ਜੋ ਆਪਣੇ ਲੈਵਲ ਤੇ ਤੁਸੀਂ ਕਰ ਸਕਦੇ ਹੋ ਉਹ ਜ਼ਰੂਰ ਕਰੋ। ਔਰ ਐਨਜੀਓਜ਼ ਜਿਹੜੇ ਅੱਗੇ ਆਏ ਨੇ, ਉਹਨਾਂ ਨੇ ਇੱਕ ਚੀਜ਼ ਦਾ ਕੌਨਫੀਡੈਂਸ ਤਾਂ ਪੂਰੇ ਵਰਲਡ ਦੇ ਵਿੱਚ ਬਣਾਇਆ ਕਿ ਅਜੇ ਇਨਸਾਨੀਅਤ ਮਰੀ ਨਹੀਂ ਹੈ, ਹਿਊਮੈਨਿਟੀ ਜ਼ਿੰਦਾ ਹੈ। ਗੰਦੇ ਲੋਕ ਨੇ, ਗੰਦੇ ਇਨਸਾਨ ਇਸ ਧਰਤੀ ਤੇ ਐਗਜ਼ਿਸਟ ਕਰਦੇ ਨੇ, ਪਰ ਇਨਸਾਨੀਅਤ ਨਹੀਂ ਮਰੀ। ਇਸ ਗੱਲ ਲਈ ਮੈਂ ਚਾਹਾਂਗਾ ਕਿ ਆਪਾਂ ਜਿੰਨੇ ਵੀ ਹੈਗੇ ਆ, ਆਪਾਂ ਇੱਕ ਵਾਰੀ ਬੀਇੰਗ ਹਿਊਮਨ, ਆਪਾਂ ਹਿਊਮਨ ਬੀਇੰਗ ਵਾਸਤੇ ਇੱਕ ਵਾਰੀ ਤਾਲੀਆਂ ਮਾਰੀਏ ਕਿ ਅਸੀਂ ਸਾਰੇ ਜ਼ਿੰਦਾ ਲੋਕ ਆ, ਸਾਡੇ ਲੋਕਾਂ ਦੇ ਜ਼ਮੀਰ ਜ਼ਿੰਦਾ ਨੇ, ਅਸੀਂ ਲੋਕਾਂ ਵਾਸਤੇ ਖੜੇ ਆ। ਅੱਜ ਮੈਂ ਕਿਸੇ ਨਾਲ ਖੜਾ, ਹੋ ਸਕਦਾ ਕੱਲ ਨੂੰ ਮੇਰੀ ਸਿਚੁਏਸ਼ਨ ਹੋਵੇ, ਤੁਹਾਨੂੰ ਮੇਰੇ ਨਾਲ ਖੜਾ ਹੋਣਾ ਪਵੇ। ਸੋ ਜਿਹੜੀ ਟੁਗੇਦਰਨੈਸ ਹੈ, ਇਹ ਸਾਨੂੰ ਇੱਕ ਕੋਵਿਡ ਨੇ ਬਲੈਸਿੰਗ ਵੀ ਦਿੱਤੀ ਹੈ। ਅਸ ਬੜਾ ਵਰਸਟ ਟਾਈਮ ਦੇਖ ਰਿਹਾ ਸੰਸਾਰ ਸਾਰਾ, ਬਟ ਸਾਨੂੰ ਇੱਕ ਚੀਜ਼ ਵੀ ਦੇ ਕੇ ਜਾ ਰਿਹਾ ਕੋਵਿਡ, ਉਹ ਹੈ ਟੁਗੇਦਰਨੈਸ। ਔਰ ਐਨਜੀਓਜ਼ ਜਿਹੜੇ ਅੱਗੇ ਆਏ ਨੇ, ਉਹਨਾਂ ਦਾ ਕੋਟਨ ਕੋਟ ਧੰਨਵਾਦ। ਅਸੀਂ ਆਪਣੇ ਵੱਲੋਂ ਛੋਟੀ ਜੀ ਕੋਸ਼ਿਸ਼ ਕਰ ਰਹੇ ਹਾਂ, ਪਰ ਜਿਹੜੇ ਐਨਜੀਓਜ਼ ਨੇ ਆ ਕੇ ਸੰਸਾਰ ਨੂੰ ਸੰਭਾਲਿਆ, ਉਹਨਾਂ ਦਾ ਧੰਨਵਾਦ। ਔਰ ਮੈਂ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਜੇ ਅੱਗੇ ਆ ਕੇ ਤੁਸੀਂ ਸਾਰਾ ਜ਼ਿੰਮਾ ਨਹੀਂ ਚੱਕ ਸਕਦੇ, ਜਿੰਨਿਆਂ ਕੁ ਦੀ ਹੈਲਪ ਕਰ ਸਕਦੇ ਉਹ ਕਰੋ, ਨਹੀਂ ਕਰ ਸਕਦੇ ਆਪਣੇ ਘਰਦਿਆਂ ਦੀ ਹੈਲਪ ਜ਼ਰੂਰ ਕਰੋ। ਘਰਦਿਆਂ ਦੀ ਵੀ ਨਹੀਂ ਕਰ ਸਕਦੇ, ਘੱਟੋ ਘੱਟ ਆਪਣੇ ਹੱਥਾਂ ਨੂੰ ਸੈਨੀਟਾਈਜ਼ ਕਰਕੇ ਰੱਖੋ, ਮਾਸਕ ਪਾ ਕੇ ਰੱਖੋ, ਡਿਸਟੈਂਸ ਬਣਾ ਕੇ ਰੱਖੋ। ਇੰਨੀ ਕਿਰਪਾ ਤਾਂ ਮੈਨੂੰ ਲੱਗਦਾ ਹਰ ਜ਼ਿੰਦਾ ਇਨਸਾਨ ਕਰ ਸਕਦਾ। ਔਰ ਹੁਣ ਮੈਂ ਗੱਲ ਕਰਾਂਗਾ ਜੀ, ਜਿਹੜਾ ਅਸੀਂ 43 ਸੈਕਟਰ ਦੇ ਵਿੱਚ ਕੋਵਿਡ-19 ਜਿਹੜਾ ਕੇਅਰ ਸੈਂਟਰ ਖੋਲ੍ਹਿਆ, ਇਹ ਆਪਣੇ ਆਪ 'ਚ ਐਗਜ਼ੈਂਪਲਰੀ ਕੋਵਿਡ ਸੈਂਟਰ ਬਣੇਗਾ। ਕਿਉਂਕਿ ਡਾਕਟਰਸ, ਹਸਪੀਟਲਸ ਜਦੋਂ ਬੇਬਸ ਹੋ ਜਾਂਦੇ ਨੇ, ਮੈਂ ਸਾਰਿਆਂ ਨੂੰ ਬਲੇਮ ਨਹੀਂ ਕਰਦਾ ਕਿ ਤੁਹਾਨੂੰ ਰਾਹ ਨਹੀਂ ਦਿੰਦੇ, ਥਾਂ ਨਹੀਂ ਦਿੰਦੇ, ਜਦੋਂ ਬੇਬਸ ਹੋ ਜਾਂਦੇ ਨੇ, ਉਹਨਾਂ ਕੋਲ ਵੀ ਜਦੋਂ ਚਾਰਾ ਨਹੀਂ ਰਹਿੰਦਾ ਤੇ ਬੰਦਾ ਕਿੱਥੇ ਜਾਵੇ। ਲੋਕ ਸੜਕਾਂ ਦੇ ਉੱਤੇ ਰੁਲਦੇ ਦੇਖੇ ਅਸੀਂ, ਪਹਿਲੀ ਵਾਰੀ ਹੈ ਕਿ ਅਸੀਂ ਲਾਸ਼ਾਂ ਦੇ ਕਿਊ ਲੱਗੇ ਦੇਖੇ ਨੇ, ਲਾਸ਼ਾਂ ਨੂੰ ਟੋਕਨ ਨੰਬਰ ਮਿਲੇ ਹੋਏ ਨੇ ਵੀ ਇਹਦਾ ਕਦੋਂ ਸੰਸਕਾਰ ਹੋਣਾ। ਤੇ ਮਰੀਜ਼ਾਂ ਦੀ ਤਾਂ ਕੀ ਹਾਲਤ ਹੈ ਕਿ ਸੜਕਾਂ ਦੇ ਉੱਤੇ, ਫੁੱਟਪਾਥਾਂ ਦੇ ਉੱਤੇ ਮਰੀਜ਼ ਪਏ ਨੇ। ਇਦਾਂ ਦੇ ਕੋਵਿਡ ਸੈਂਟਰ ਬਣਨਗੇ, ਹੋਰ ਬਣਨਗੇ, ਤੇ ਮੈਨੂੰ ਲੱਗਦਾ ਅਸੀਂ ਨੁਕਸਾਨ ਨੂੰ ਮਿਨੀਮਾਈਜ਼ ਕਰ ਸਕਦੇ ਹਾਂ। ਸੋ ਯੂਨਾਈਟਿਡ ਸਿੱਖਸ ਇੱਕ ਐਸਾ ਆਰਗੇਨਾਈਜੇਸ਼ਨ ਹੈ ਜਿਹੜਾ ਪੂਰੇ ਸੰਸਾਰ ਦੇ ਵਿੱਚ ਮਾਨਵਤਾ ਦੀ ਸੇਵਾ ਕਰ ਰਿਹਾ, ਔਰ ਅੱਜ ਚੰਡੀਗੜ੍ਹ ਦੇ ਵਿੱਚ ਵੀ ਬਹੁਤ ਵੱਡੀ ਸੇਵਾ ਦੇ ਨਾਲ ਅੱਗੇ ਆਇਆ। ਔਰ ਉਹਦੇ 'ਚ ਇੱਕ ਛੋਟਾ ਜਿਹਾ ਮੈਂ ਐਡ ਆਨ ਹੋਰ ਕਰਨਾ ਚਾਹਾਂਗਾ। ਏਕ ਜੋਤ ਇੱਕ ਆਰਗੇਨਾਈਜੇਸ਼ਨ ਹੈ, ਐਨਜੀਓ ਹੈ, ਜਿਹੜੀ ਬਹੁਤ ਵੱਡੀ, ਇੱਕ ਡਾਕਟਰ ਸਾਡੇ ਇੱਥੇ ਮੈਡਮ ਰਮਾ ਸਹਿਗਲ ਜਿਹੜੇ ਨੇ, ਉਹ ਇੱਥੇ ਕੋਆਰਡੀਨੇਟ ਕਰਦੇ ਨੇ ਸਾਰਾ। ਮਨਜਿੰਦਰ ਕੰਗ ਜੀ ਆਏ ਨੇ ਉੱਥੋਂ, ਮਾਂਗੜ ਜੀ, ਔਰ ਸਤਿੰਦਰ ਬਿੱਟੀ ਜੀ। ਥੋੜਾ ਮਾਸਕ ਲਾ ਕੇ ਦਿਖਾਓਗੇ ਤਾਂ ਸਾਡੇ ਸੀਨੀਅਰ ਆਰਟਿਸਟ ਨੇ, ਵੈਟਰਨ ਸਾਡੇ ਪੰਜਾਬੀ ਸਿੰਗਰ ਨੇ, ਔਰ ਇਹ ਵੀ ਨਾਲ ਆਏ ਨੇ। ਅੱਜ ਅਸੀਂ 5 ਮਸ਼ੀਨਾਂ ਇੰਗਲੈਂਡ ਤੋਂ ਮੰਗਾਈਆਂ ਨੇ, ਜਿਹੜੀਆਂ ਏਕ ਜੋਤ ਸੇਵਾ ਕਰ ਰਿਹਾ ਯੂਨਾਈਟਿਡ ਸਿੱਖਸ ਨੂੰ। ਅਸੀਂ ਇਸ ਸੈਂਟਰ ਵਾਸਤੇ ਅੱਜ, ਅਸੀਂ ਨਹੀਂ, ਸੰਗਤ ਜਿਹੜੀ ਉੱਥੋਂ ਦੀ, ਮੈਂ ਉਹਨਾਂ ਬਾਰੇ ਵੀ ਪੂਰੀ ਡਿਟੇਲ ਦੱਸਾਂਗਾ ਤੁਹਾਨੂੰ, ਕੌਣ-ਕੌਣ ਲੋਕ ਸ਼ਾਮਿਲ ਨੇ। 5 ਮਸ਼ੀਨਾਂ ਨਾਲ ਸ਼ੁਰੂਆਤ ਕੀਤੀ ਹੈ, ਔਰ ਉਮੀਦ ਹੈ ਕਿ ਹੋਰ ਜਿੱਦਾਂ ਜਿੱਦਾਂ ਜ਼ਰੂਰਤ ਪੈਂਦੀ ਜਾਏਗੀ ਅਸੀਂ ਸੇਵਾ ਕਰਦੇ ਜਾਵਾਂਗੇ। ਸਰਦਾਰ ਬਲਬੀਰ ਸਿੰਘ ਮੈਨਚੈਸਟਰ ਰਹਿੰਦੇ ਨੇ, ਉਹ ਹੈੱਡ ਨੇ ਏਕ ਜੋਤ ਆਰਗੇਨਾਈਜੇਸ਼ਨ ਦੇ। ਉਹਨਾਂ ਨੇ 5 ਮਸ਼ੀਨਾਂ ਪਹਿਲੋਂ ਭੇਜੀਆਂ ਨੇ, ਕਨਸੈਂਟਰੇਟਰ ਭੇਜੇ ਨੇ, ਔਰ 7 ਲੀਟਰਸ ਦੇ ਸਾਰੇ ਹੈਗੇ ਨੇ। ਮੈਨੂੰ ਲੱਗਦਾ ਕਿ ਵੱਧ ਤੋਂ ਵੱਧ ਲੋਕ ਅੱਗੇ ਆਉਣ, ਇਸ ਤਰ੍ਹਾਂ ਦੀ ਦਾਨ ਕਵਾਂਗਾ, ਮਨੁੱਖਤਾ ਨੂੰ ਸੇਵਾ ਕਵਾਂਗਾ, ਉਹ ਕਰਨ, ਤੇ ਬਹੁਤ ਵੱਡਾ ਬਚਾਅ ਹੋ ਸਕਦਾ। ਮੈਨੂੰ ਪਤਾ ਮੈਂ ਜ਼ਿਆਦਾ ਲੰਬੀ ਗੱਲ ਕਰ ਗਿਆ, ਪਰ ਇਹ ਸਾਰਾ ਕੁਝ ਕਵਰ ਕਰਨਾ ਬਹੁਤ ਜ਼ਰੂਰੀ ਸੀ। ਅਗਲਾ ਕੁਐਸਚਨ ਤੁਹਾਡਾ ਜੀ। ਮਾਨਵਤਾ ਦੀ ਸੇਵਾ ਦੀ ਗੱਲ ਕਰ ਰਹੇ ਆਪਾਂ, ਕਹਿ ਰਹੇ ਪੈਂਡੇਮਿਕ ਚੱਲ ਰਿਹਾ ਕਿ ਇੱਕ ਦੂਜੇ ਦੀ ਸਹਾਇਤਾ ਕਰਨੀ, ਲੇਕਿਨ ਜਦ ਅਮਿਤਾਭ ਬੱਚਨ ਨੇ ਡੀਐਸਜੀਐਮਸੀ ਨੂੰ ਪੈਸੇ ਭੇਜੇ, ਉਹਦੇ ਬਾਅਦ ਤਾਂ ਸਿੱਖ ਸੰਗਤ ਨਾਰਾਜ਼ ਹੋ ਗਈ ਕਿ ਕਿਤੇ ਨਾ ਕਿਤੇ ਪੁਰਾਣੀ ਗੱਲਾਂ ਯਾਦ ਆ ਗਈ, ਜ਼ਖਮ ਹਰੇ ਹੋ ਗਏ। ਲੇਕਿਨ ਇਹ ਵੇਲਾ ਆਈ ਥਿੰਕ ਇੱਕ ਦੂਜੇ ਦੀ ਹੈਲਪ ਕਰਨ ਦਾ, ਇੱਕ ਦੂਜੇ ਦੀ ਮਾਨਵਤਾ ਦੀ ਸੇਵਾ ਕਰਨ ਦਾ ਹੈਗਾ। ਇਹ ਦੋ ਆਰਗੇਨਾਈਜੇਸ਼ਨਸ ਦੀ ਪਰਸਨਲ ਆਪਸੀ ਜਿਹੜੀ ਇੱਕ ਡਿਸੀਜਨ ਹੈ ਕਿ ਉਹਨਾਂ ਨੇ ਡੋਨੇਟ ਕਰਨਾ ਸੀ, ਉਹਨਾਂ ਨੇ ਐਕਸੈਪਟ ਨਹੀਂ ਸੀ ਕਰਨਾ, ਹੈ ਨਾ। ਇਹ ਸਾਡੀ ਆਰਗੇਨਾਈਜੇਸ਼ਨ ਜਿਹੜੀ ਹੈ, ਅਸੀਂ ਵੀ ਦੇਖ ਸਕਦੇ ਹਾਂ ਕੱਲ ਨੂੰ ਕਿ ਕੋਈ ਸਾਨੂੰ ਅਗਰ ਐਥੀਕਲੀ ਕੋਈ ਚੀਜ਼ ਰੋਂਗ ਲੱਗਦੀ, ਮੈਂ ਨਹੀਂ ਕਹਿੰਦਾ ਕਿਸੇ ਦੀ ਡੋਨੇਸ਼ਨ ਨੂੰ ਡਿਨਾਈ ਕਰਾਂਗੇ, ਪਰ ਅਸੀਂ ਐਥੀਕਲੀ ਕੋਈ ਚੀਜ਼ ਰੋਂਗ ਲੱਗਦੀ ਹੈ ਤਾਂ ਉਹ ਸਾਡਾ ਪਰਸਨਲ ਡਿਸੀਜਨ ਹੁੰਦਾ। ਇਹ ਇੱਕ ਪਾਰਟਿਕੂਲਰ ਆਰਗੇਨਾਈਜੇਸ਼ਨ ਹੈ ਜਿਨ੍ਹਾਂ ਨੂੰ ਇਹ ਐਕਸੈਪਟੇਬਲ ਨਹੀਂ ਹੋਇਆ, ਇਹ ਉਹਨਾਂ ਦਾ ਪਰਸਨਲ ਡਿਸੀਜਨ ਹੈ। ਸੋ ਅਮਿਤਾਭ ਸਾਹਿਬ ਨੇ ਚੰਗਾ ਜੈਸਚਰ ਭਾਵੇਂ ਦਿੱਤਾ, ਪਰ ਜੇ ਐਕਸੈਪਟੇਬਲ ਨਹੀਂ ਹੈ ਕਿਸੇ ਨਾਰਾਜ਼ਗੀ ਕਰਕੇ, ਤਾਂ ਉਹਨਾਂ ਨੂੰ ਇਹਦਾ ਬੁਰਾ ਨਹੀਂ ਮਨਾਉਣਾ ਚਾਹੀਦਾ।
ਦੂਜੇ ਦੀ ਭਾਵਨਾ ਦੀ ਰਿਸਪੈਕਟ ਵੀ ਕਰਨੀ ਚਾਹੀਦੀ ਹੈ। ਮੈਨੂੰ ਲੱਗਦਾ ਅਮਿਤਾਭ ਸਾਹਿਬ ਕੋਲ ਬਹੁਤ ਸਾਰੇ ਆਪਸ਼ਨ ਖੁੱਲੇ ਨੇ, ਉਹ ਆਪਣਾ 2 ਕਰੋੜ ਕਿਤੇ ਹੋਰ ਲਾ ਸਕਦੇ ਨੇ। ਸੇਵਾ ਇੱਕ ਥਾਂ ਤੇ ਨਹੀਂ ਕਰਨੀ ਹੁੰਦੀ ਕਿ ਇੱਥੇ ਹੀ ਕਰਾਂਗਾ ਤੇ ਤਾਂ ਹੀ ਸੇਵਾ। ਅਮਿਤਾਭ ਸਾਹਿਬ ਕੋਲ ਬਹੁਤ ਆਪਸ਼ਨਸ ਨੇ, ਉਹ ਕਿਤੇ ਹੋਰ ਡੋਨੇਟ ਕਰ ਦੇਣਗੇ ਜੀ। ਸਰ ਇੱਕ ਅਰਦਾਸ ਕੀਤੀ ਗਈ ਅੱਜ ਬਠਿੰਡੇ ਦੇ ਗੁਰਦੁਆਰੇ ਦੇ ਵਿੱਚ ਕਿਹਾ ਗਿਆ ਕਿ ਮੋਦੀ ਨੂੰ ਤਾਂ ਲੰਬੀ ਉਮਰ ਬਖਸ਼ੇ, ਸੰਮਤ ਬਖਸ਼ੇ ਤੇ ਨਾਲ ਕੀ ਹੈ ਪੰਜਾਬ ਦਾ ਜੇ ਨੈਕਸਟ ਸੀਐਮ ਹੋਵੇ ਉਹ ਦਲਿਤ। ਦੇਖੋ ਇਹ ਤਾਂ ਅਰਦਾਸ ਤਾਂ ਹੁੰਦੀ ਸਰਬਤ ਦੇ ਭਲੇ ਦੀ ਹੈ। ਸਰਬਤ ਦੇ ਭਲੇ ਵਿੱਚ ਤਾਂ ਅਸੀਂ ਤਾਂ ਕਦੇ ਔਰੰਗਜ਼ੇਬ ਦਾ ਬੁਰਾ ਵੀ ਨਹੀਂ ਮੰਗ ਸਕਦੇ ਅਰਦਾਸ ਦੇ ਵਿੱਚ। ਉਹਦਾ ਕਰਮ ਉਹਦਾ ਬੁਰਾ ਕਰਨਗੇ, ਹਨਾ ਜੀ। ਔਰੰਗਜ਼ੇਬ ਦੇ ਵੀ ਜਾਂ ਚੰਗੇਜ਼ ਖਾਨ ਦਾ ਵੀ ਜਾਂ ਕਿਸੇ ਵੱਡੇ ਤੋਂ ਵੱਡੇ ਕਿਤੇ ਗੈਂਗਸਟਰ ਦਾ, ਕਿਸੇ ਤੋਂ ਵੱਡੇ ਅਸੀਂ ਕਿਸੇ ਗੁਨਾਹਗਾਰ ਦਾ ਵੀ ਬੁਰਾ ਤਾਂ ਅਰਦਾਸ 'ਚ ਮੰਗਿਆ ਨਹੀਂ ਜਾ ਸਕਦਾ। ਇਹ ਬਹੁਤ ਚੰਗੀ ਗੱਲ ਹੈ ਕਿਸੇ ਦਾ ਵੀ ਭਲਾ ਮੰਗਣਾ। ਜੇ ਉਹਨਾਂ ਨੇ ਮੋਦੀ ਜੀ ਦਾ ਭਲਾ ਮੰਗਿਆ ਤੇ ਅਰਦਾਸ ਦਾ ਔਰ ਸਿੱਖੀ ਸਿਧਾਂਤ ਦਾ ਇੱਕ ਪਾਲਣ ਕੀਤਾ ਗਿਆ। ਬਟ ਮੈਨੂੰ ਲੱਗਦਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰ੍ਹਾਂ ਦੀਆਂ ਪੋਲੀਟੀਕਲ ਅਰਦਾਸਾਂ ਮੈਂ ਨਾ ਤਾਂ ਕਦੇ ਹੁੰਦੀਆਂ ਦੇਖੀਆਂ ਨਾ ਸੁਣੀਆਂ ਸੀ। ਇਹ ਅਰਦਾਸ ਮਨ 'ਚ ਕਿਸੇ ਨੇ ਕਰਨੀ ਕਰ ਸਕਦੇ ਆ। ਅਰਦਾਸ ਤਾਂ ਅਰਦਾਸ ਹੁੰਦੀ ਹੈ, ਉਹਦੀ ਇੱਕ ਮਰਿਆਦਾ ਨੂੰ ਜ਼ਰੂਰ ਬਣਾ ਕੇ ਰੱਖਣਾ ਚਾਹੀਦਾ। ਔਰ ਦੂਸਰੀ ਗੱਲ, ਦਲਿਤ ਭਾਈਚਾਰੇ ਦਾ ਜਿਹੜਾ ਇਸ ਵੇਲੇ ਪੱਤਾ ਖੇਡਿਆ ਜਾ ਰਿਹਾ ਪੋਲੀਟੀਕਲ ਪੱਤਾ ਹੈ। ਇਹਦੇ ਲਈ ਨਾ ਤਾਂ ਅਨਾਉਂਸਮੈਂਟਾਂ ਕਰਨ ਦੀ ਲੋੜ ਹੈ, ਨਾ ਇਹਦੇ ਲਈ ਕੋਈ ਕਿਸੇ ਨੂੰ ਲਾਲਚ ਦੇਣ ਦੀ ਲੋੜ ਹੈ। ਦਲਿਤ ਭਾਈਚਾਰਾ ਵੀ ਸਾਡਾ ਹੀ ਭਾਈਚਾਰਾ, ਵੈਸੇ ਹੀ ਸੀਐਮ ਬਣਾ ਦਿਓ। ਇਹਨੂੰ ਐਡਾ ਪ੍ਰਚਾਰ ਕਰਨ ਦੀ ਇੰਨੀ ਜ਼ਿਆਦਾ ਮਾਈਲੇਜ ਲੈਣ ਦੀ ਕੀ ਲੋੜ ਹੈ? ਜਿਹੜੀ ਪਾਰਟੀ ਵੀ ਇਹ ਮਾਈਲੇਜ ਲੈ ਰਹੀ ਹੈ, ਇਹਦਾ ਮਤਲਬ ਉਹਨੂੰ ਦਲਿਤ ਭਾਈਚਾਰੇ ਨਾਲ ਵੀ ਕੋਈ ਸਰੋਕਾਰ ਨਹੀਂ ਹੈ। ਇਹ ਪੋਲੀਟੀਕਲ ਗੇਨ ਲੈਣ ਵਾਸਤੇ ਗੱਲਾਂ ਕੀਤੀਆਂ ਜਾ ਰਹੀਆਂ। ਦਲਿਤ ਭਾਈਚਾਰਾ ਕਿਤੇ ਉੱਤੋਂ ਉੱਤਰਦਾ ਸਾਡੇ ਹੀ ਭਰਾ ਨੇ, ਸਾਡੇ ਅਸੀਂ ਬੈਠੇ ਆ, ਪਤਾ ਨਹੀਂ ਕੌਣ ਸਾਡੇ ਚੋਂ ਕਿਹੜੀ ਜ਼ਾਤ ਦਾ ਕਿਹੜੀ ਪਾਤ ਦਾ, ਅਸੀਂ ਸਾਰੇ ਇਕੱਠੇ ਬੈਠੇ ਆ। ਮੈਨੂੰ ਪਤਾ ਹੀ ਨਹੀਂ ਤੁਸੀਂ ਕੌਣ ਹੋ, ਮੈਂ ਕੌਣ ਆ, ਤੁਹਾਨੂੰ ਨਹੀਂ ਪਤਾ। ਜੇ ਕੋਈ ਦਲਿਤ ਭਾਈਚਾਰੇ ਚੋਂ ਵੈਸੇ ਹੀ ਬੰਦਾ ਡਿਜ਼ਰਵ ਕਰਦਾ ਹੈ ਤੇ ਉਹਨੂੰ ਕਿਉਂ ਨਾ ਸੀਐਮ ਬਣਾਇਆ ਜਾਵੇ? ਕੋਈ ਅਹਿਸਾਨ ਹੈ ਕਿਸੇ ਸਿਰ? ਤੁਸੀਂ ਕਿਸੇ ਨੂੰ ਦਾਨ ਦੇ ਰਹੇ ਹੋ? ਜੇ ਤਾਂ ਤੁਸੀਂ ਦਾਨ ਦੇ ਵਿੱਚ ਕਿਸੇ ਨੂੰ ਮੁੱਖ ਮੰਤਰੀ ਬਣਾ ਰਹੇ ਹੋ, ਤੁਸੀਂ ਆਪਣੀ ਸਟੇਟ ਨਾਲ ਧਰੋਹ ਕਰ ਰਹੇ ਹੋ, ਧੋਖਾ ਕਰ ਰਹੇ ਹੋ। ਜੇ ਤੁਸੀਂ ਉਹਦੇ ਕੈਲੀਬਰ ਤੇ ਉਹਦੀ ਕੈਪੇਬਿਲਿਟੀ ਤੇ ਉਹਨੂੰ ਸੀਐਮ ਬਣਾ ਰਹੇ ਹੋ, ਫਿਰ ਇਹਦੇ ਵਿੱਚ ਸ਼ੇਖੀ ਕਾਹਦੀ ਹੈ? ਫਿਰ ਇਹਦੇ ਵਿੱਚ ਤੁਸੀਂ ਕਿਸੇ ਨੂੰ ਲਾਲਚ ਕਾਹਦਾ ਦੇ ਰਹੇ ਹੋ? ਕੋਈ ਦਾਨ ਕਰ ਰਹੇ ਹੋ ਸੀਐਮਸ਼ਿਪ ਕਿਸੇ ਨੂੰ? ਇਹ ਬੜੀ ਮਤਲਬ ਨਿੰਦਣਯੋਗ ਹੈ। ਲਾਸਟ ਸਵਾਲ, ਇੱਕ ਜਿਵੇਂ ਕਾਂਗਰਸ ਦੇ ਵਿੱਚ ਅੱਜਕੱਲ ਬਲੇਮ ਗੇਮ ਦੀ ਖੇਡ ਚੱਲ ਰਹੀ ਹੈ, ਕੁਰਸੀ ਬਚਾਉਣ ਦੀ ਖੇਡ ਚੱਲ ਰਹੀ ਹੈ। ਤੁਹਾਨੂੰ ਲੱਗਦਾ ਕਿ ਜਨਤਾ ਦੇ ਨਾਲ ਖੜਨ ਦਾ ਮੌਕਾ ਸੀਗਾ, ਇਸ ਵੇਲੇ ਆਪਣੀ ਕੁਰਸੀ ਬਚਾਉਣ ਵਾਲਾ ਮੌਕਾ ਨਹੀਂ ਸੀਗਾ, ਉਹ ਸਮਾਂ ਨਹੀਂ ਸੀ, ਲੇਕਿਨ ਗੇਮ ਜਿਹੜੀ ਹੋ ਰਹੀ ਹੈ ਉਹ ਕੁਰਸੀ ਦੇ ਪਿੱਛੇ ਚੱਲ ਰਹੀ ਹੈ। ਮੈਂ ਦੇਖੋ ਜੀ ਕਿਸੇ ਇੱਕ ਪਾਰਟਿਕੂਲਰ ਪਾਰਟੀ ਨੂੰ ਕਿਉਂ ਕਵਾਂ? ਮੈਂ ਜੇ ਤੁਸੀਂ ਕਾਂਗਰਸ ਦੀ ਗੱਲ ਕੀਤੀ, ਮੈਂ ਬੀਜੇਪੀ ਦੀ ਵੀ ਗੱਲ ਕਰਾਂਗਾ। ਤ੍ਰਿਣਮੂਲ ਕਾਂਗਰਸ ਨੇ ਵੀ ਫਾਈਟ ਕੀਤਾ, ਹੁਣੇ ਕੰਟੈਸਟ ਕੀਤਾ, ਉੱਥੇ ਲੱਖਾਂ ਦੀਆਂ ਰੈਲੀਆਂ ਹੋਈਆਂ ਨੇ। ਸੋ ਪੋਲੀਟੀਕਲ ਪਾਰਟੀਆਂ ਨੂੰ ਜਿੰਨੀ ਜ਼ਿੰਮੇਵਾਰੀ ਆਪਣੀ ਸਮਝਣੀ ਚਾਹੀਦੀ ਸੀ, ਉਨੀ ਕਿਸੇ ਪਾਰਟੀ ਨੇ ਵੀ ਨਹੀਂ ਸਮਝੀ। ਪਿੱਛੇ ਜੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਬਹੁਤ ਵੱਡੀਆਂ ਗੈਦਰਿੰਗਸ ਕੀਤੀਆਂ, ਬਾਅਦ ਚ ਸੁਖਬੀਰ ਜੀ ਨੂੰ ਵੀ ਇਸ ਚੀਜ਼ ਦਾ ਮੈਨੂੰ ਲੱਗਦਾ ਨੁਕਸਾਨ ਹੋਇਆ, ਉਹ ਵੀ ਕੋਵਿਡ ਪੇਸ਼ੈਂਟ ਬਣ ਗਏ। ਸੋ ਇਹ ਚੀਜ਼ ਸਾਰਿਆਂ ਨੂੰ ਸਮਝਣ ਵਾਲੀ ਗੱਲ ਹੈ। ਕਾਂਗਰਸ ਨੂੰ ਵੀ ਚਾਹੀਦਾ ਕਿ ਇਸ ਵੇਲੇ ਆਪਣੀ ਜਿਹੜੀ ਅੰਦਰੂਨੀ ਜੰਗ ਹੈ ਉਹਨੂੰ ਖਤਮ ਕਰੇ, ਔਰ ਜੇ ਅੰਦਰੂਨੀ ਜੰਗ ਹੈ ਤਾਂ ਅੰਦਰ ਹੀ ਰੱਖਿਆ ਜਾਵੇ। ਬਾਹਰ ਜੋ ਮੈਸੇਜ ਆਵੇ ਉਹ ਲੋਕਾਂ ਦੀ ਭਲਾਈ ਦਾ ਆਵੇ, ਔਰ ਅਸੀਂ ਕੋਵਿਡ ਕਰੋਨਾ ਦੇ ਨਾਲ ਕਿਵੇਂ ਲੜਨਾ ਉਹ ਮੈਸੇਜ ਆਉਣਾ ਚਾਹੀਦਾ। ਕਿਸੇ ਵੀ ਇੱਕ ਪਾਰਟਿਕੂਲਰ ਪਾਰਟੀ ਤੋਂ ਅਗਰ ਕੋਈ ਸੈਕੰਡ ਮੈਸੇਜ ਆਉਂਦਾ ਹੈ ਕਿ ਸਾਨੂੰ ਆਹ ਲਾਲਚ ਹੈ ਜਾਂ ਅਸੀਂ ਆਹ ਦੇ ਦਾਂਗੇ ਜਾਂ ਲੈ ਲਾਂਗੇ ਜਾਂ ਸਾਡੀ ਆਪਸੀ ਲੜਾਈ ਹੈ, ਇਹ ਬਹੁਤ ਮੰਦਭਾਗਾ ਹੈ। ਅਸੀਂ ਸਾਰੇ ਹੀ ਇਹਨੂੰ ਕੰਡੈਮ ਕਰਦੇ ਹਾਂ। ਪੋਲੀਟੀਕਲ ਪਾਰਟੀਆਂ ਨੂੰ ਬੇਨਤੀ ਵੀ ਕਰਦੇ ਹਾਂ ਕਿ ਇਸ ਮਹਾਮਾਰੀ ਨਾਲ ਲੜ ਲਓ। ਆਪਸ 'ਚ ਲੜਨ ਲਈ ਬਹੁਤ ਟਾਈਮ ਹੈ, ਬਾਅਦ 'ਚ ਭਾਵੇਂ ਇੱਕ ਦੂਜੇ ਦੇ ਕੁੜਤੇ ਪਾੜ ਦਿਓ ਖਿੱਚ ਕੇ, ਕੋਈ ਗੱਲ ਨਹੀਂ। ਸਰ ਆਜ ਇਹਦੇ ਨਾਲ ਜੁੜਿਆ ਹੋਇਆ ਹੈ ਕਿ ਜਿੱਦਾਂ ਐਨਜੀਓ ਕੰਮ ਕਰ ਰਹੀ ਹੈ, ਦਿੱਲੀ ਵਿੱਚ ਸਾਰਾ ਕੁਝ ਹੋਈ ਕਰ ਰਹੀ ਹੈ, ਨਜ਼ਰ ਆ ਰਿਹਾ ਸਾਰੇ ਪਾਸੇ ਕਿ ਲੱਗਦਾ ਕਿ ਪੋਲੀਟੀਕਲ ਜਿਹੜੀ ਪਾਰਟੀਆਂ ਨੇ ਉਹ ਸਿਆਸਤ ਕਰਦੀਆਂ ਨੇ ਇਸ ਟਾਈਮ ਤੇ ਉਹ ਫੇਲ ਹੋ ਚੁੱਕੀਆਂ ਨੇ ਸਾਰੇ ਪ੍ਰਬੰਧ ਕਰਦੇ ਨੇ। ਦੋਵੇਂ ਗੱਲਾਂ ਤਾਂ ਨਹੀਂ ਠੀਕ ਨੇ। ਇੱਕ ਤਾਂ ਪੋਲੀਟੀਕਲ ਪਾਰਟੀਆਂ ਸਿਆਸਤ ਕਰ ਰਹੀਆਂ, ਔਰ ਅਫਸੋਸ ਦੀ ਗੱਲ ਹੈ ਲਾਸ਼ਾਂ ਤੇ ਵੀ ਸਿਆਸਤ ਹੋ ਰਹੀ ਹੈ, ਜਿਹੜੀ ਕਿ ਨਹੀਂ ਹੋਣੀ ਚਾਹੀਦੀ। ਔਰ ਦੂਜੇ ਪਾਸੇ ਇੱਕ ਗੱਲ ਤਾਂ ਜਿਹੜੀ ਸ਼ੀਸ਼ੇ ਵਾਂਗੂ ਸਾਫ਼ ਹੋ ਗਈ ਹੈ, ਲੋਕਾਂ ਨੂੰ ਪਤਾ ਲੱਗ ਗਿਆ ਕਿ ਪੋਲੀਟੀਕਲ ਪਾਰਟੀਆਂ ਦੇ ਦਾਅਵੇ ਹੁੰਦੇ ਨੇ ਔਰ ਇਹ ਖੋਖਲੇ ਹੁੰਦੇ ਨੇ, ਵਾਅਦੇ ਹੁੰਦੇ ਨੇ। ਜਦੋਂ ਮਨੁੱਖ ਨੂੰ ਲੋੜ ਪੈਂਦੀ ਉਦੋਂ ਮਨੁੱਖ ਹੀ ਮਨੁੱਖ ਦੇ ਕੰਮ ਆਉਂਦਾ। ਕਿਸੇ ਪੋਲੀਟੀਕਲ ਪਾਰਟੀ ਨੇ ਸਵਾਏ ਇੱਕ ਆਪਣੇ ਪ੍ਰੋਪੇਗੈਂਡਾ ਤੋਂ ਜਾਂ ਪ੍ਰਚਾਰ ਤੋਂ ਇੱਥੋਂ ਦਿਲੋਂ ਇੱਥੋਂ ਕਿਸੇ ਨੇ ਅੱਗੇ ਹੋ ਕੇ ਮਦਦ ਨਹੀਂ ਕੀਤੀ, ਕਿਸੇ ਨੇ ਕੋਈ ਚੰਗਾ ਜੈਸਚਰ ਨਹੀਂ ਦਿੱਤਾ। ਅੱਜ ਤੱਕ ਪਾਰਲੀਮੈਂਟੇਰੀਅਨਸ ਨੇ ਇਹ ਵੀ ਅਨਾਉਂਸ ਨਹੀਂ ਕੀਤਾ ਕਿ ਸਾਡੀਆਂ ਇੰਨੇ ਮਹੀਨੇ ਦੀਆਂ ਤਨਖਾਹਾਂ ਕੱਟ ਕੇ ਤੁਸੀਂ ਇਹਦੇ ਚ ਪਾਰਲੀਮੈਂਟੇਰੀਅਨ ਕਿੰਨੀ ਕੁ ਖੇਚਲ ਕਰ ਰਹੇ ਨੇ। ਕੋਵਿਡ ਦੇ ਵਿੱਚ ਤੇ ਪਾਰਲੀਮੈਂਟ ਹੀ ਨਹੀਂ ਲੱਗ ਰਹੀ, ਕੋਵਿਡ ਦੇ ਵਿੱਚ ਤੇ ਲੋਕ ਸਭਾ ਲੱਗ ਹੀ ਨਹੀਂ ਰਹੀ, ਕਿਸੇ ਨੂੰ ਕਿਸੇ ਸੈਸ਼ਨ 'ਚ ਨਹੀਂ ਜਾਣਾ ਪੈ ਰਿਹਾ, ਪਬਲਿਕ 'ਚ ਤੁਸੀਂ ਜਾ ਨਹੀਂ ਰਹੇ। ਘੱਟੋ ਘੱਟ ਆਪਣੀਆਂ ਸੈਲਰੀਜ਼ ਸਰੈਂਡਰ ਕਰ ਦਿੰਦੇ ਕਿ ਸਾਡੀਆਂ ਸੈਲਰੀਜ਼ ਜਿਹੜੀਆਂ ਨੇ। ਹਾਂਜੀ नहीं सर, अब कब की है उन्होंने? पीछे कब? इस फरवरी में तो पेंडेमिक कब आया था? पेंडेमिक नहीं सर, सारे पार्लियामेंटेरियंस की मैं सबकी बात कर रहा हूँ।
एक पूरे पार्लियामेंट में यूनैनिमसली डिसीजन लिया जाता। आई एम टॉकिंग अबाउट दैट पर्टिकुलर किसने की है, मैं उसकी एक बंदे की डोनेट करने की बात नहीं कर रहा, 10 बंदों की बात। पूरे पूरे पार्लियामेंटेरियंस को पिछले 1.25 साल में कोई काम नहीं है, उनको सेशन में नहीं जाना पड़ रहा। तो पूरे पार्लियामेंट में ये मेरे कहने का मतलब ये है कि एक वहाँ पे यूनैनिमसली एक मता पास हो जाता कि कोई पार्लियामेंटेरियन, विधानसभा में बैठे लोग अपनी सैलरीज नहीं लेंगे, ये सारे पैसे पेंडेमिक में इस्तेमाल किए जाएंगे। हाँ जी, ਰੋਲ ਮਾਡਲ ਕਿਹਨੂੰ ਮੰਨਣਾ ਪਏ? ਐਨਜੀਓ ਸਾਰਾ ਕੰਮ ਕਰ ਰਹੀਆਂ ਨੇ, ਸਰਕਾਰਾਂ ਫੇਲ ਹੋ ਗਈਆਂ ਸਾਰੀਆਂ, ਪਿੱਛੇ ਹਟੀਆਂ ਨੇ। ਰੋਲ ਮਾਡਲ ਕੋਈ ਕਿਸੇ ਦਾ ਨਹੀਂ ਹੋ ਸਕਦਾ, ਇਨਸਾਨ ਹੀ ਇਨਸਾਨ ਦਾ ਰੋਲ ਮਾਡਲ ਹੈ। ਜਿਹੜਾ ਇਨਸਾਨ ਚੰਗਾ ਹੈ, ਉਹਨੂੰ ਫੋਲੋ ਕਰੋ। ਇੱਕ ਨੂੰ 10 ਬੰਦੇ ਫੋਲੋ ਕਰਨਗੇ, ਪੂਰਾ ਸਮਾਜ ਚੰਗਾ ਹੋ ਜਾਏਗਾ। ਕਿਸੇ ਨੂੰ ਹੀਰੋ ਨਾ ਬਣਾਓ ਅੱਜ ਦੀ ਡੇਟ 'ਚ, ਕਿਸੇ ਪਾਰਟੀ ਨੂੰ ਹੀਰੋ ਨਾ ਬਣਾਓ, ਕਿਸੇ ਬੰਦੇ ਨੂੰ ਹੀਰੋ ਨਾ ਬਣਾਓ। ਜੋ ਕੰਮ ਕਰ ਰਿਹਾ ਦਿਲੋਂ ਕਰ ਰਿਹਾ, ਮਨੁੱਖਤਾ ਲਈ ਕਰ ਰਿਹਾ। ਮਾਂ ਆਪਣੇ ਬੱਚੇ ਨੂੰ ਜੇ ਪਿਆਰ ਕਰਦੀ ਹੈ, ਇਸ ਲਈ ਨਹੀਂ ਕਰਦੀ ਕਿ ਮੈਂ ਉਹਦੀ ਹੀਰੋਇਨ ਬਣ ਜਾ, ਵੀ ਮੈਨੂੰ ਇਹ ਵੱਡਾ ਹੋ ਕੇ ਮੇਰੀ ਪੂਜਾ ਕਰੇ। ਬੱਚਾ ਪੂਜਾ ਕਰੇ, ਇਹ ਬੱਚੇ ਦੀ ਆਸਥਾ ਹੈ, ਬੱਚੇ ਦੀ ਨਿਸ਼ਠਾ ਹੈ। ਸਮਾਜ ਉਸ ਬੰਦੇ ਦੀ ਇੱਜ਼ਤ ਕਰੇ ਕਿ ਹਾਂ ਯਾਰ ਇਹ ਬੰਦੇ ਨੇ ਇੱਜ਼ਤ ਕੀਤੀ। ਕੋਈ ਆਪਾਂ ਕਿਸੇ ਨੂੰ ਅਨਾਉਂਸ ਨਹੀਂ ਅੱਜ ਕਰ ਸਕਦੇ ਕਿ ਕੌਣ ਹੀਰੋ ਹੈ। ਸਰ ਐਨਜੀਓ ਆਪਣੇ ਕੰਮ ਕਰ ਰਹੀਆਂ ਨੇ ਹਨਾ, ਐਨਜੀਓ ਆਪਣਾ ਕੰਮ, ਤੁਹਾਨੂੰ ਨਹੀਂ ਲੱਗਦਾ ਇਹ ਕੰਮ ਸਰਕਾਰਾਂ ਦਾ ਵੀ ਪਹਿਲਾਂ ਜ਼ਿੰਮੇਵਾਰੀ ਲੈਣੀ ਚਾਹੀਦੀ? ਜਿਵੇਂ 1.5 ਸਾਲ ਆਪ ਨੂੰ ਸਾਲ ਟਾਈਮ ਮਿਲਿਆ ਕਰੋਨਾ ਨੂੰ, ਮਤਲਬ ਕਿ ਫਸਟ ਲੇਅਰ ਆਈ ਜਿਹੜੀ, ਹੁਣ ਸੈਕਿੰਡ ਲੇਅਰ ਚੱਲ ਰਹੀ ਹੈ ਨਾ ਜੀ, ਤੁਹਾਨੂੰ ਨਹੀਂ ਲੱਗਦਾ ਕਿ ਇਹਨਾਂ ਨੂੰ ਆਪਣਾ ਜ਼ਿੰਮੇਵਾਰੀਆਂ ਚੱਕ ਲੈਣੀਆਂ? ਸਰ ਤੁਸੀਂ ਸੈਕਿੰਡ ਵੇਵ ਦੀ ਗੱਲ ਕੀਤੀ ਹੈ, ਥਰਡ ਵੇਵ ਵੀ ਆਏਗੀ। ਹਾਂਜੀ, ਸਾਡੇ ਮਾਨਯੋਗ ਸੀਐਮ ਸਾਹਿਬ ਨੇ ਕਿਹਾ ਕਿ ਥਰਡ ਵੇਵ ਵੀ ਆਏਗੀ ਸਤੰਬਰ 'ਚ। ਨਹੀਂ ਉਹੀ ਕਹਿੰਦਾ, ਉਹਦੇ ਲਈ ਕੀ ਤਿਆਰੀ ਕਰ ਲਈ? ਜਿਹੜੀ ਸਤੰਬਰ ਤਾਂ ਸਿਰ ਤੇ ਖੜਾ ਤੁਹਾਡੇ, ਤਾਂ ਕੀ ਤਿਆਰੀਆਂ ਕਰ ਲਈਆਂ? ਸੋ ਪੂਰੇ ਹਿੰਦੁਸਤਾਨ ਦੇ ਵਿੱਚ, ਇੰਡੀਆ ਦੇ ਵਿੱਚ ਸੈਂਟਰ ਗਵਰਨਮੈਂਟ ਨੇ ਕੀ ਐਸੇ ਐਫਰਟਸ ਕਰ ਲਏ ਕਿ ਅਸੀਂ ਦੁਬਾਰਾ ਜਦੋਂ ਥਰਡ ਵੇਵ ਆਏਗੀ ਕਿਵੇਂ ਤਿਆਰ ਆ, ਮੈਂਟਲੀ ਕਿਵੇਂ ਪ੍ਰਿਪੇਅਰਡ ਆ, ਜਾਂ ਅਸੀਂ ਕਿਵੇਂ ਇਕਵਿਪਡ ਆ, ਜਾਂ ਫਾਈਨੈਂਸ਼ੀਅਲੀ ਕਿਵੇਂ ਇਕਵਿਪਡ ਆ, ਕੁਝ ਨਹੀਂ ਸਾਨੂੰ ਅਜੇ ਸਮਝ ਆ ਰਹੀ। ਸੋ ਸਰਕਾਰਾਂ ਪੈਂਡੇਮਿਕ ਨੂੰ ਜਾਂ ਤਾਂ ਇਹਨੂੰ ਇਮੇਜਿਨ ਹੀ ਨਹੀਂ ਕਰ ਸਕੀਆਂ ਕਿ ਕਿਹੋ ਜੀ ਸਿਚੁਏਸ਼ਨ ਦੇ ਵਿੱਚ ਹੈਗੇ ਆ ਅਸੀਂ, ਔਰ ਕੀ ਸਿਚੁਏਸ਼ਨ ਆਉਣ ਵਾਲੀ ਹੈ। ਇਸ ਕਰਕੇ ਕਾਫੀ ਹੱਦ ਤੱਕ ਫੇਲ ਹੋਈਆਂ ਸਰਕਾਰਾਂ। ਪਰ ਫਿਰ ਵੀ ਮੈਂ ਕਹਾਂਗਾ ਕਿ ਜਿੰਨੀ ਕਿਸੇ ਦੀ ਹਿੰਮਤ ਹੈ, ਕੋਸ਼ਿਸ਼ ਜ਼ਰੂਰ ਕਰ ਰਿਹਾ ਹੋਏਗਾ, ਕਿਉਂਕਿ ਲਾਸ਼ਾਂ ਦੇਖਣੀਆਂ, ਇਸ ਤਰ੍ਹਾਂ ਲੋਕਾਂ ਨੂੰ ਫੁੱਟਪਾਥਾਂ ਤੇ ਸੰਸਕਾਰ ਹੁੰਦੇ ਦੇਖਣੇ ਕਿਸੇ ਨੂੰ ਚੰਗੇ ਨਹੀਂ ਲੱਗਦੇ। ਮੈਂ ਬਿਲੀਵ ਕਰਦਾ ਕਿ ਉਹ ਅੰਦਰੋਂ ਕੋਸ਼ਿਸ਼ ਕਰ ਰਹੀਆਂ ਹੋਣਗੀਆਂ ਸਰਕਾਰਾਂ, ਪਰ ਉਹ ਇੱਕ ਲੈਵਲ ਤੱਕ ਜਾ ਸਕੀਆਂ, ਉਸ ਤੋਂ ਅੱਗੇ ਫੇਲ ਹੋ ਗਈਆਂ। ਕਿਉਂਕਿ ਜੀ ਸਿਆਸਤ ਪਹਿਲਾਂ ਤੁਸੀਂ ਮੂੰਹ ਮੋੜ ਲਿਆ, ਹੁਣ 2022 ਦੀ ਚੋਣਾਂ ਦੇ ਵਿੱਚ ਲੋਕਾਂ ਦੀ ਸੁਰੱਖਿਆ ਦੇ ਲਈ ਜਾਂ ਭਵਿੱਖ ਦੇ ਲਈ ਲੈ ਸਕਦੇ ਫੈਸਲਾ? ਦੇਖੋ, ਸਿਆਸਤ ਇੱਕ ਤਰੀਕਾ ਨਹੀਂ ਹੁੰਦਾ ਲੋਕਾਂ ਦੇ ਲੈ ਕੇ ਆਉਣ ਦਾ। ਸਿਆਸਤ ਵੀ ਕੋਈ ਬੁਰੀ ਚੀਜ਼ ਨਹੀਂ ਹੈ। ਮੈਂ ਆਈ ਨੈਵਰ ਹੇਟ ਸਿਆਸਤ। ਸਿਆਸਤ ਕਰਨ ਵਾਲੇ ਜਾਂ ਸਿਆਸਤੀ ਲੋਕ ਕੁਝ ਬੁਰੇ ਹੁੰਦੇ ਨੇ। ਜੇ ਸਿਆਸਤ ਬੁਰੀ ਹੋਵੇ ਤਾਂ ਇਹ ਸੰਸਾਰ ਹੀ ਨਹੀਂ ਚੱਲ ਸਕਦਾ। ਹਰ ਸੰਸਾਰ ਦੇ ਵਿੱਚ ਕਿਸੇ 'ਚ ਕੋਈ ਹਨਾ ਡੈਮੋਕ੍ਰੇਸੀ ਹੈ, ਕਿਤੇ ਕੋਈ ਸਿੰਗਲ ਮੈਨ ਕੰਟਰੀ ਨੂੰ ਚਲਾ ਰਿਹਾ, ਬਟ ਉਹ ਕਿਤੇ ਨਾ ਕਿਤੇ ਡਾਇਰੈਕਟਲੀ ਇਨਡਾਇਰੈਕਟਲੀ ਪਬਲਿਕ ਉਹਦੇ 'ਚ ਇਨਵੋਲਵਡ ਹੈ। ਕੋਈ ਕੰਟੈਸਟ ਕਰਦਾ, ਕੋਈ ਵੋਟ ਪਾਉਂਦਾ। ਜੇ ਮੈਂ ਵੋਟ ਪਾਣਾ ਤੇ ਤਾਂ ਵੀ ਮੈਂ ਸਿਆਸਤ 'ਚ ਤਾਂ ਇਨਵੋਲਵਡ ਹੈਗਾ ਹੀ ਆ ਨਾ। ਬੈਂਟ ਆਫ ਮਾਈਂਡ ਤਾਂ ਮੇਰਾ ਹੈਗਾ, ਮੈਂ ਕਿਸੇ ਇੱਕ ਪਾਰਟੀ ਦਾ ਬਟਨ ਦਬਾ ਕੇ ਆਣਾ। ਇਸ ਕਰਕੇ ਚਾਹੇ ਮੈਂ ਵੋਟਰ ਹੋਵਾਂ, ਚਾਹੇ ਸਪੋਰਟਰ ਹੋਵਾਂ, ਚਾਹੇ ਪ੍ਰਮੋਟਰ ਹੋਵਾਂ, ਤੇ ਚਾਹੇ ਕੰਟੈਸਟ ਕਰਾਂ, ਪੋਲਿਟਿਕਸ ਦਾ ਹਿੱਸਾ ਮੈਨੂੰ ਹੋਣਾ ਚਾਹੀਦਾ, ਉਹ ਮੈਂ ਹਮੇਸ਼ਾ ਰਵਾਂਗਾ। ਬਟ ਫਿਲਹਾਲ ਮੇਰਾ ਪੋਲਿਟਿਕਸ 'ਚ ਆਉਣ ਦਾ, ਡਾਇਰੈਕਟਲੀ ਐਕਟਿਵ ਪੋਲਿਟਿਕਸ 'ਚ ਆਉਣ ਦਾ ਕੋਈ ਮਨ ਨਹੀਂ ਹੈ। ਜੇ ਹੁੰਦਾ ਤੇ ਹੁਣ ਤੱਕ ਇਲੈਕਸ਼ਨ ਬਹੁਤ ਨੇੜੇ ਆ ਗਏ, ਸ਼ਾਇਦ ਮੈਂ ਕੋਈ ਫੈਸਲਾ ਲੈ ਚੁੱਕਾ ਹੁੰਦਾ। ਫਿਲਹਾਲ ਸੇਵਾ ਦਾ ਇੱਕ ਮਨ ਸਾਰਿਆਂ ਦਾ ਹੀ ਹੈ, ਮੇਰਾ ਵੀ ਹੈ। ਆ ਦੇਖੋ, ਅਸੀਂ ਮੈਂ ਇਹਨੂੰ ਪ੍ਰਮੋਟ ਕਰਨਾ ਚਾਹ ਰਹੇ ਹਾਂ। ਅਸਲ 'ਚ ਅਸੀਂ ਇਹਦੇ ਵਾਸਤੇ ਆਏ ਹਾਂ। ਯੂਨਾਈਟਿਡ ਸਿੱਖਸ ਦੇ ਸਾਰੇ ਵਲੰਟੀਅਰ ਆਪਣੀ ਜਾਨ ਜੋਖਮ 'ਚ ਪਾ ਕੇ ਦਿੱਲੀ ਦੇ ਵਿੱਚ ਅੰਨ੍ਹੇਵਾਹ ਕੰਮ ਕੀਤਾ ਇਹਨਾਂ ਨੇ, ਔਰ ਇਹਨਾਂ 'ਚੋਂ ਕਿੰਨੇ ਨੇ ਜਿਹੜੇ ਬਿਮਾਰ ਵੀ ਹੋਏ ਨੇ, ਕਿੰਨੇ ਨੇ ਜਿਨ੍ਹਾਂ ਨੇ ਬੁਰਾ ਵਕਤ ਆਪਣੇ ਪਿੰਡੇ ਤੇ ਵੀ ਹੰਡਾਇਆ, ਬਿਮਾਰ ਹੋਏ, ਠੀਕ ਹੋਏ, ਫਿਰ ਸੇਵਾ 'ਚ ਲੱਗ ਗਏ। ਔਰ ਜਿੰਨੇ ਯੋਧੇ ਤੁਹਾਡੇ ਪਿੱਛੇ ਯੂਨਾਈਟਿਡ ਸਿੱਖਸ ਦੇ ਖੜੇ ਆ, ਇਹ ਉਹ ਨੇ ਜਿਨ੍ਹਾਂ ਨੇ ਉਹ ਲਾਸ਼ਾਂ ਵੀ ਚੁੱਕ ਕੇ ਉਹਨਾਂ ਦੇ ਕ੍ਰੀਮੇਸ਼ਨ ਕੀਤੇ, ਜਿਨ੍ਹਾਂ ਦੇ ਪਰਿਵਾਰ ਵੀ ਡਿਸਓਨ ਕਰ ਗਏ ਬੋਡੀਜ਼ ਨੂੰ ਕਿ ਅਸੀਂ ਨਹੀਂ ਸੰਸਕਾਰ ਕਰ ਸਕਦੇ। ਘਰੋਂ ਬਾਹਰ ਨਿਕਲ ਗਏ, ਲਾਸ਼ ਅੰਦਰ ਪਈ ਹੈ, ਘਰਾਂ 'ਚੋਂ ਬਾਹਰ ਲੋਕ ਬੈਠੇ ਨੇ ਕਿ ਹਮਾਰੇ ਘਰ में एक बॉडी पड़ी है, उसको ले जाओ, उसको क्रीमेट कर दो। ਇਹ ਲੋਕ ਜਾ ਕੇ ਕ੍ਰੀਮੇਸ਼ਨ ਕਰਦੇ ਰਹੇ। ਹਾਂਜੀ, 500 ਪਲੱਸ ਬੋਡੀਜ਼ ਜਿਹੜੀਆਂ ਨੇ ਇਹਨਾਂ ਨੇ ਆਪ ਜਾ ਕੇ ਕ੍ਰੀਮੇਟ ਕੀਤੀਆਂ ਨੇ, ਜਦੋਂ ਘਰ ਦੇ ਵੀ ਛੱਡ ਕੇ ਭੱਜ ਗਏ ਸੀ। ਔਰ ਮੈਨੂੰ ਪ੍ਰਾਊਡ ਹੈ ਕਿ ਮੈਂ ਇਸ ਆਰਗੇਨਾਈਜੇਸ਼ਨ ਦਾ ਮੈਂਬਰ ਹਾਂ। ਇਹਨਾਂ ਨਾਲ ਰਲ ਕੇ ਅਸੀਂ ਸੇਵਾ ਕਰਦੇ